ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਦਾ ਵਿਸ਼ਾ ਕੰਸੈਪਟ ਆਫ ਐਜੂਕੇਸ਼ਨ ਇਨ ਗੁਰੂ ਗ੍ਰੰਥ ਸਾਹਿਬ। ਔਰ ਜਦੋਂ ਅਸੀਂ ਵਿਦਿਆ ਦੀ ਗੱਲ ਕਰਦੇ ਹਾਂ, ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਤਾਂ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ, ਮੈਂ ਅਕਸਰ ਕਹਿੰਦਾ ਕਿ ਸਾਡੇ ਸਿਸਟਮ ਦੇ ਵਿੱਚ ਵਿਵਿਧਤਾ ਅਤੇ ਵਿਦਵਾਨਾਂ ਨਾਲੋਂ ਅਨਪੜ੍ਹ ਅਤੇ ਅਮੀਰ ਮਨੁੱਖਾਂ ਦੀ ਕਦਰ ਜ਼ਿਆਦਾ ਹੋ ਰਹੀ ਹੈ। ਤਾਂ ਜਿਹੜੀ ਪੜ੍ਹਾਈ ਦੀ ਗੱਲ ਹੈ, ਜਿਹੜੀ ਵਿੱਦਿਆ ਦੀ ਗੱਲ ਹੈ, ਉਸ ਨੂੰ ਪਹਿਲੇ ਸਮਝਣਾ ਪਏਗਾ ਕਿ ਐਜੂਕੇਸ਼ਨ ਹੈ ਕੀ। ਕਿਉਂ ਵਰਲਡ ਦੀ ਬਹੁਤ ਵੱਡੀ ਯੂਨੀਵਰਸਿਟੀ ਹੋਵਰਡ ਯੂਨੀਵਰਸਿਟੀ, ਕਿਉਂ ਉਸ ਨੂੰ ਪਿਛਲੇ ਸਾਲ ਸ਼ਾਇਦ ਉਹਨਾਂ ਨੇ ਇੱਕ ਰਿਲੀਜਨ ਦਾ ਸਬਜੈਕਟ ਮਸਟ ਕਰ ਦਿੱਤਾ ਹੋਵਰਡ ਯੂਨੀਵਰਸਿਟੀ ਵਿੱਚ। ਉਹਨਾਂ ਨੂੰ ਕੀ ਜ਼ਰੂਰਤ ਪਈ ਕਿ ਕੋਈ ਡਿਗਰੀ BA ਦੀ ਜਾਂ MA ਦੀ ਡਿਗਰੀ ਉਹ ਤਦ ਤੱਕ ਨਹੀਂ ਦੇ ਦੇਣਗੇ ਜਦ ਤੱਕ ਕਿ ਰਿਲੀਜਨ ਦਾ ਸਬਜੈਕਟ ਇੱਕ ਬੱਚਾ ਕਲੀਅਰ ਨਹੀਂ ਕਰੇਗਾ। ਕਿਉਂ ਕਿਸੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਲੋਕਾਂ ਦੇ ਨਾਮ ਸੰਦੇਸ਼ ਵਿੱਚ ਇਹ ਕਹਿਣਾ ਪਿਆ, ਗੋ ਬੈਕ ਟੂ ਰਿਲੀਜਨ। ਕਿੱਥੇ ਨਾ ਕਿੱਥੇ, ਹਾਲਾਂਕਿ ਉਹ ਬੜੇ ਵਿਕਸਿਤ ਮੁਲਕ ਨੇ, ਉਹ ਪੂਰੀ ਦੁਨੀਆ ਦੇ ਉੱਤੇ ਉਹ ਲੋਕ ਰਾਜ ਕਰ ਰਹੇ ਨੇ ਆਪਣੀ ਅਕਲ ਨਾਲ, ਆਪਣੀ ਸਮਝ ਨਾਲ, ਆਪਣੀ ਵਿੱਦਿਆ ਨਾਲ, ਆਪਣੀ ਐਜੂਕੇਸ਼ਨ ਨਾਲ। ਤਾਂ ਉਸ ਦੀ ਅਗਰ ਥੋੜ੍ਹੀ ਜਿਹੀ ਬੈਕਗਰਾਊਂਡ ਦੇਖੀਏ ਤਾਂ ਕਹਿੰਦੇ ਨੇ ਕਿ ਮਨੁੱਖ ਨੂੰ ਪਰਿਭਾਸ਼ਿਤ ਕਰਨ ਦੇ ਕਈ ਯਤਨ ਹੋਏ ਨੇ। ਯੂਨਾਨ ਦਾ ਬਹੁਤ ਵੱਡਾ ਇੱਕ ਫਿਲੋਸਫਰ ਜਿਹੜਾ ਅਰਸਤੂ ਹੈ, ਉਹ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਹਿੰਦਾ ਕਿ ਮਨੁੱਖ ਜਿਹੜਾ ਹੈ ਇਹ ਇੱਕ ਸਮਾਜਿਕ ਪ੍ਰਾਣੀ ਹੈ। ਪਰ ਜਿਹੜੀ ਸਮਾਜਿਕਤਾ ਹੈ ਇਹ ਸਿਰਫ ਮਨੁੱਖਾਂ 'ਚ ਹੀ ਨਹੀਂ, ਇਹ ਤਾਂ ਜੀਵ ਜੰਤੂਆਂ ਵਿੱਚ ਵੀ ਮਿਲਦੀਆਂ ਨੇ। ਜਿਹੜੀ ਸਮਾਜਿਕਤਾ ਹੈ, ਜਿਹੜੀ ਸੋਸ਼ਲਿਜ਼ਮ ਹੈ, ਪਸ਼ੂ ਜਗਤ ਦੇ ਵਿੱਚ ਆਮ ਅਸੀਂ ਦੇਖਦੇ ਹਾਂ, ਚਾਹੇ ਉਹ ਸ਼ਹਿਦ ਦੀਆਂ ਮੱਖੀਆਂ ਦੀ ਗੱਲ ਹੈ, ਕੀੜੀਆਂ ਦੀ ਗੱਲ ਹੈ, ਬੜੀ ਮਿਨਿਊਟਲੀ ਦੇਖੋ ਕਿਵੇਂ ਉਹ ਡਿਸਿਪਲਨ ਨਾਲ ਔਰ ਕਿਸ ਤਰ੍ਹਾਂ ਉਹ ਰਲ ਮਿਲ ਕੇ ਸਭ ਕਰਦੀਆਂ ਨੇ। ਚਾਹੇ ਉਹ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਜੁਟਾਉਂਦੀਆਂ ਨੇ, ਅਤੇ ਚਾਹੇ ਕੀੜੀਆਂ ਨੂੰ ਅਸੀਂ ਇੱਕ ਲਾਈਨ ਵਿੱਚ ਦੇਖਦੇ ਹਾਂ। ਕੁਝ ਵਿਦਵਾਨਾਂ ਨੇ ਮਨੁੱਖ ਨੂੰ ਕਲਚਰਲ ਸੰਸਕ੍ਰਿਤਿਕ ਜੀਵ ਮੰਨਿਆ, ਪਰ ਉਸ ਨਾਲ ਇੱਕ ਗੁਣ ਜਿਹੜਾ ਮਨੁੱਖ ਕੋਲ ਹੋਰ ਹੈ ਉਹ ਹੈ ਆਈਡਲਿਜ਼ਮ ਦੀ ਜਿਹੜੀ ਗੱਲ ਕੀਤੀ ਹੈ। ਔਰ ਇਹ ਜਿਹੜੇ ਆਈਡਲਿਜ਼ਮ ਹੈ ਜਾਂ ਜਿਹੜੇ ਆਈਡੀਅਲਸ ਨੇ, ਇਹ ਕਈ ਤਰੀਕਿਆਂ ਨਾਲ ਮਨੁੱਖ ਨੂੰ ਸਿਖਾਏ ਜਾਂਦੇ ਨੇ। ਪਰ ਅੱਜ ਐਟ ਪ੍ਰੈਜ਼ੈਂਟ ਜਦੋਂ ਅਸੀਂ ਵੇਖਦੇ ਹਾਂ ਕਿ ਜਿਹੜਾ ਮੈਂ ਆਮ ਕਹਿੰਦਾ ਹੁੰਦਾ ਕਿ ਵੰਸ ਦੇਅਰ ਵਾਜ਼ ਏਜ ਆਫ ਮਾਈਟ, ਕਦੀ ਤਾਕਤ ਦਾ ਜ਼ਮਾਨਾ ਸੀ, ਜਿਸ ਕੋਲ ਤਾਕਤ ਸੀ ਉਹੀ ਪੂਰਾ ਵਰਲਡ 'ਤੇ ਰਾਜ ਕਰਦਾ ਸੀ। ਇਹ ਅਗਰ ਪੁਰਾਣਾ ਇਤਿਹਾਸ ਪੜ੍ਹੀਏ ਤਾਂ ਅਸੀਂ ਇਸਲਾਮ ਨੂੰ ਦੇਖ ਲਈਏ, ਲਗਭਗ ਉਹਨੇ ਪੂਰੇ ਵਰਲਡ 'ਤੇ ਰਾਜ ਕੀਤਾ, ਫਿਰ ਅੰਗਰੇਜ਼ਾਂ ਨੇ ਰਾਜ ਕੀਤਾ। ਨਾਓ ਦਿਸ ਇਜ਼ ਦਾ ਏਜ ਆਫ ਇੰਟਲੈਕਟ, ਨੌਲੇਜ। ਅਤੇ ਫਿਰ ਜੇ ਅਸੀਂ ਅੱਜ ਦਾ ਜਦੋਂ ਅਸੀਂ ਆਪਣਾ ਐਜੂਕੇਸ਼ਨ ਸਿਸਟਮ ਦੇਖਦੇ ਹਾਂ, ਅਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਕੱਲ੍ਹ ਸ਼ਾਇਦ ਡਾਕਟਰ ਰਵੇਲ ਸਿੰਘ ਨੇ ਵੀ ਇਹਦਾ ਜ਼ਿਕਰ ਕੀਤਾ ਸੀ ਕਿ ਅੱਜ ਦਾ ਜਿਹੜਾ ਸਾਡਾ ਐਜੂਕੇਸ਼ਨ ਹੈ ਉਹ ਬੱਚਿਆਂ ਨੂੰ ਇੱਕ ਚਾਬੀ ਭਰਨ ਵਾਲਾ ਖਿਲੌਣਾ ਬਣਾ ਰਿਹਾ ਕਿ ਚਾਬੀ ਭਰ ਦਿਓ ਔਰ ਖਿਲੌਣਾ ਬਸ ਉਸੇ ਹਿਸਾਬ ਨਾਲ ਚੱਲੇਗਾ। ਪੈਸਾ ਕਮਾਉਣ ਦੀ ਮਸ਼ੀਨ ਵਜੋਂ ਬੱਚਾ ਵਿਕਸਿਤ ਹੋ ਰਿਹਾ ਅੱਜ ਕੱਲ੍ਹ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ। ਕੋਈ ਵੈਲਿਊ ਸਿਸਟਮ, ਮੋਰੈਲਿਟੀ ਵਾਲੀ ਗੱਲ ਜਿਹੜੀ ਹੈ, ਕੱਲ੍ਹ ਡਾਕਟਰ ਰਵੇਲ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਜਿਹੜੀ ਐਜੂਕੇਸ਼ਨ ਹੈ ਉਹਦੇ 'ਚ ਵੈਲਿਊ ਵੀ ਸਿਸਟਮ ਵੀ ਹੈ, ਉਹਦੇ 'ਚ ਮੋਰੈਲਿਟੀ ਵੀ ਹੈ, ਕਰੈਕਟਰ ਵੀ ਹੈ, ਸਦਾਚਾਰਕਤਾ ਦੀ ਜਿਹੜੀ ਗੱਲ ਹੈ। ਦਸੰਬਰ 2012 ਵਿੱਚ ਜਿਸ ਨੇ ਪੂਰੇ ਵਰਲਡ ਨੂੰ ਹਿਲਾ ਦਿੱਤਾ, ਜਿਸ ਇੰਸੀਡੈਂਟ ਨੇ, ਉਹ ਬੱਚੀ ਨਾਲ ਜੋ ਹੋਇਆ ਬੱਸ ਦੇ ਵਿੱਚ, ਔਰ ਫਿਰ ਉਸ ਨੂੰ ਮਾਰ ਕੁੱਟ ਕੇ ਉਸ ਨਾਲ ਬਦਫੈਲੀ ਕਰਕੇ ਉਸ ਨੂੰ ਸੁੱਟ ਦਿੱਤਾ, ਔਰ 2 ਘੰਟੇ ਉਹ ਲੜਕੀ ਸੜਕ ਦੇ ਕਿਨਾਰੇ 'ਤੇ ਪਈ ਕਰਾ ਰਹੀ ਹੈ, ਔਰ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਉੱਥੋਂ ਲੰਘ ਰਹੇ ਨੇ। ਕੋਈ ਉਸ ਨੂੰ ਪੁੱਛ ਵੀ ਨਹੀਂ ਰਿਹਾ, ਕੋਈ ਦੇਖ ਵੀ ਨਹੀਂ ਰਿਹਾ ਉਸ ਵਾਰ। ਇਹ ਕਿੱਥੇ ਨਾ ਕਿੱਥੇ ਜਿਹੜਾ ਵੈਲਿਊ ਔਰ ਮੋਰੈਲਿਟੀ ਦੀ ਗੱਲ ਜਿਹੜੀ ਹੈ ਸਾਡੀ ਸੁਸਾਇਟੀ ਦੇ ਵਿੱਚ, ਉਸ ਦਾ ਇੱਕ ਬੜਾ ਵੱਡਾ ਦਿਵਾਲਾ ਨਿਕਲਣ ਵਾਲੀ ਗੱਲ ਹੈ। ਤਾਂ ਇਸ ਦੇ ਉੱਤੇ ਸਾਨੂੰ ਦਾ ਕੰਸੈਪਟ ਆਫ ਐਜੂਕੇਸ਼ਨ, ਰੀਅਲ ਐਜੂਕੇਸ਼ਨ ਇਨ ਗੁਰੂ ਗ੍ਰੰਥ ਸਾਹਿਬ, ਕਿ ਐਜੂਕੇਸ਼ਨ ਐਕਚੁਅਲੀ ਹੈ ਕੀ ਔਰ ਅਸੀਂ ਕੀ ਸਮਝ ਰਹੇ ਹਾਂ। ਅੱਜ ਦਾ ਜਿਹੜਾ ਕੈਪੀਟਲਿਜ਼ਮ ਦਾ ਯੁੱਗ ਹੈ, ਇਸ ਵਿੱਚ ਇਸ ਨੇ ਕੀ ਐਜੂਕੇਸ਼ਨ ਨੂੰ ਬਣਾ ਦਿੱਤਾ ਹੈ। ਔਰ ਜਿਹੜੇ ਗੁਰੂ ਨਾਨਕ ਸਾਹਿਬ ਦਾ ਸੁਪਨਾ ਸੀ, ਜਿਹਨੂੰ ਵਿੱਦਿਆ ਵਿਚਾਰੀ ਪਰਉਪਕਾਰੀ ਵਾਲੀ ਗੱਲ
ਗੁਰੂ ਨਾਨਕ ਸਾਹਿਬ ਦੀ ਗੱਲ ਸੀ, ਉਹ ਕਿਹੜੀ ਵਿੱਦਿਆ ਦੀ ਗੱਲ ਕਰ ਰਹੇ ਸੀ, ਉਸ ਬਾਰੇ ਅਸੀਂ ਅੱਜ ਗੱਲ ਕਰਨੀ ਹੈ। ਭਾਵਨਾ ਮਲਿਕ ਜੀ ਪਹਿਲੇ ਵੀ ਇੱਥੇ ਕਰ ਚੁੱਕੇ ਨੇ ਇੱਕ ਲੈਕਚਰ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਇਸ ਟੌਪਿਕ 'ਤੇ ਗੱਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਰ ਨੇ ਹੁਣੇ ਕਿਹਾ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਰਿਲੀਜਨ ਇੱਕ ਸਬਜੈਕਟ ਕੰਪਲਸਰੀ ਕਰ ਦਿੱਤਾ ਗਿਆ, ਉਸੀ ਤਰ੍ਹਾਂ UGC ਨੇ ਈਵਨ ਇੰਡੀਆ ਦੀ ਯੂਨੀਵਰਸਿਟੀਜ਼ ਦੇ ਵਿੱਚ ਰਿਲੀਜਨ ਕੰਪਲਸਰੀ ਕਰ ਦਿੱਤਾ ਹੈ। ਐਂਡ ਆਈ ਐਮ ਸਰਪ੍ਰਾਈਜ਼ਡ ਕਿ ਹਲੇ ਵੀ ਸਿੱਖ ਇੰਸਟੀਟਿਊਸ਼ਨਸ ਜਿਹੜੇ ਕਾਲਜਿਸ ਹਨ ਉਹਨਾਂ ਦੇ ਵਿੱਚ ਇੰਟਰੋਡਿਊਸ ਨਹੀਂ ਹੋਇਆ, ਇਹਦੀ ਗੱਲ ਵੀ ਨਹੀਂ ਚੱਲੀ ਹੈ। ਔਰ ਜੋ ਅਸੀਂ ਗੁਰੂ ਸਾਹਿਬ ਦੀ ਐਜੂਕੇਸ਼ਨਲ ਫਿਲਾਸਫੀ ਦੀ ਅੱਜ ਗੱਲ ਕਰਾਂਗੇ, ਉਹ ਵੀ ਸੈਡਲੀ BEd ਜਾਂ MEd ਦੇ ਵਿੱਚ ਇਨਕਲੂਡ ਹਲੇ ਤੱਕ ਨਹੀਂ ਕੀਤੀ ਗਈ ਹੈ। ਅਸੀਂ ਅਰਬਿੰਦੋ ਦੀ ਫਿਲਾਸਫੀ ਪੜ੍ਹਨੇ ਹਾਂ, ਵਿਵੇਕਾਨੰਦ ਪੜ੍ਹ ਰਹੇ ਹਾਂ, ਮਹਾਤਮਾ ਗਾਂਧੀ ਪੜ੍ਹ ਰਹੇ ਹਾਂ, ਪਰ ਜੋ ਗੁਰੂ ਨਾਨਕ ਦੀ ਐਜੂਕੇਸ਼ਨਲ ਫਿਲਾਸਫੀ ਹੈ ਉਹ ਹਲੇ ਵੀ BEd ਜਾਂ MEd ਜਾਂ MA ਐਜੂਕੇਸ਼ਨ ਦੇ ਵਿੱਚ ਇਨਕਲੂਡ ਨਹੀਂ ਕੀਤੀ ਗਈ ਹੈ। ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਨੀ ਹੈ ਤਾਂ ਸਭ ਤੋਂ ਪਹਿਲੇ ਵੀ ਨੀਡ ਟੂ ਅੰਡਰਸਟੈਂਡ ਅੱਜ ਦੇ ਟਾਈਮ ਦੇ ਵਿੱਚ ਐਜੂਕੇਸ਼ਨ ਪੇਰੈਂਟਸ ਵਾਸਤੇ, ਸਟੂਡੈਂਟਸ ਵਾਸਤੇ, ਟੀਚਰਸ ਵਾਸਤੇ, ਐਲਡਰਸ ਵਾਸਤੇ, ਸਭ ਵਾਸਤੇ ਕਾਫੀ ਕੰਪਲੈਕਸ ਔਰ ਇੱਕ ਡਿਫਿਕਲਟ ਜਿਹਾ ਟੌਪਿਕ ਬਣ ਚੁੱਕਾ। ਔਰ ਰੀਸੈਂਟ ਜੋ ਐਡਮਿਸ਼ਨਸ ਹੋਈਆਂ ਨੇ, UGC ਨੇ 4 ਸਾਲ ਦੀ ਗ੍ਰੈਜੂਏਸ਼ਨ ਕਰ ਦਿੱਤੀ, ਸਿਲੇਬਸ ਸਾਰਾ ਚੇਂਜ ਕੀਤਾ ਗਿਆ, ਉਹਦੇ 1 ਸਾਲ ਦੇ ਵਿੱਚ ਰਿਸਰਚ ਇੰਟਰੋਡਿਊਸ ਕੀਤੀ ਗਈ ਹੈ ਤਾਂ ਕਿ ਇੱਕ ਉਹਨਾਂ ਨੇ ਹਰ ਸਬਜੈਕਟ, ਹਰ ਸਟੂਡੈਂਟ ਨੂੰ ਹਰ ਸਬਜੈਕਟ ਪੜ੍ਹਨ ਵਾਸਤੇ ਨਵਾਂ ਜਿਹੜਾ ਕਰਿਕੂਲਮ ਹੈ ਉਹ ਇਸ ਤਰ੍ਹਾਂ ਕਿ ਸਾਇੰਸ ਦਾ ਸਟੂਡੈਂਟ ਫਿਲਾਸਫੀ ਵੀ ਪੜ੍ਹੇਗਾ। ਉਹਦਾ ਰੀਜ਼ਨ ਹੈ ਕਿ ਇੱਕ ਤਰਫਾ ਡਿਵੈਲਪਮੈਂਟ ਸਟੂਡੈਂਟਸ ਦੀ ਹੋ ਰਹੀ ਸੀ। ਜਿਸ ਤਰ੍ਹਾਂ ਸਰ ਨੇ ਕਿਹਾ ਕਿ ਵੈਲਿਊ ਜਿਹੜੀ ਹੈ ਮਿਸਿੰਗ ਹੈ, ਮਕੈਨੀਕਲ ਜੀ ਐਜੂਕੇਸ਼ਨ ਡਿਵੈਲਪਮੈਂਟ ਜਿਹੜੀ ਸੀ, ਮਕੈਨੀਕਲ ਡਿਵੈਲਪਮੈਂਟ ਹੋ ਰਹੀ ਸੀ। 4th ਈਅਰ ਉਹਨਾਂ ਨੇ ਦਿੱਤਾ ਹੈ ਰਿਸਰਚ ਵਾਸਤੇ ਕਿ ਹਰ ਸਟੂਡੈਂਟ ਇੱਕ ਟੌਪਿਕ ਲਏਗਾ। ਤੋ ਜਿਹੜਾ ਸਟੂਡੈਂਟ ਰਿਸਰਚ ਕਰੇਗਾ ਉਹਦੇ ਵਾਸਤੇ ਟੀਚਰ ਨੂੰ ਵੀ ਇੰਨਾ ਇਕਵਿਪ ਹੋਣਾ ਪਏਗਾ ਕਿ ਉਹ ਉਹਨੂੰ ਰਿਸਰਚ ਕਰਵਾ ਸਕੇ, ਕਿਉਂਕਿ ਰਿਸਰਚ ਕਾਫੀ ਐਫਰਟ ਮੰਗਦੀ ਹੈ ਔਰ ਬਹੁਤ ਡੀਪ ਜਾ ਕੇ ਤੁਸੀਂ ਕਿਸੇ ਚੀਜ਼ ਨੂੰ ਪ੍ਰੂਵ ਕਰਕੇ ਸਮਾਜ ਵਾਸਤੇ ਲੈ ਕੇ ਆਉਣਾ ਅੱਗੇ। ਅਸੀਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਐਸਪੈਕਟ ਨੂੰ ਵੀ ਸਮਝਣਾ, ਮੈਂ ਹਮੇਸ਼ਾ ਆਪਣੇ ਹਰ ਲੈਕਚਰ 'ਚ ਗੱਲ ਕਰਨੀ ਹਾਂ, ਪ੍ਰੈਜ਼ੈਂਟ ਸਿਨੈਰੀਓ ਨੂੰ ਅਸੀਂ ਇਗਨੋਰ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਸਮਝ ਨਹੀਂ ਸਕਦੇ। ਤੋ ਜੋ ਸਾਡੇ ਸਾਹਮਣੇ ਪ੍ਰੈਜ਼ੈਂਟ ਚੈਲੰਜਸ ਆਏ ਗਏ ਨੇ, ਬੈਸਟ ਬ੍ਰੇਨਸ ਹਨ ਇੰਡੀਆ ਦੇ ਕੋਲ, IIT ਹੈ, IIM ਹੈ, MBAs, MCAs, ਡਾਕਟਰਸ, ਲਾਇਰਸ, ਮੇਲ ਐਂਡ ਫੀਮੇਲ ਬੋਥ, ਲੇਕਿਨ ਸਟਿਲ ਅਸੀਂ ਦੇਖਦੇ ਹਾਂ ਕਿ ਜਦੋਂ ਸਟੂਡੈਂਟਸ ਦੇ ਨੰਬਰਸ ਨਹੀਂ ਆਉਂਦੇ, ਸੁਸਾਈਡਸ ਹੋ ਰਹੀਆਂ ਹਨ। ਅਗਰ ਕਾਲਜ 'ਚ ਐਡਮਿਸ਼ਨ ਨਹੀਂ ਮਿਲ ਰਿਹਾ, ਸੁਸਾਈਡ ਕਰ ਰਹੇ ਨੇ। ਦੈਨ ਅਸੀਂ ਇਹ ਦੇਖ ਰਹੇ ਹਾਂ ਕਿ ਈਵਨ ਸੀਨੀਅਰ ਪੋਜੀਸ਼ਨਸ 'ਤੇ ਪਹੁੰਚੇ ਹੋਏ ਜਿਹੜੇ ਡਾਕਟਰਸ, ਲਾਇਰਸ, ਬਿਊਰੋਕ੍ਰੇਸੀ ਦੇ ਵਿੱਚ ਦੇ ਕਮਿਟ ਸੁਸਾਈਡ। ਕਾਲਜ ਦੇ ਵਿੱਚ ਜਦੋਂ ਸਟੂਡੈਂਟ ਜਾ ਰਿਹਾ ਅਤੇ ਰੈਗਿੰਗ ਇੰਨੀ ਜ਼ਿਆਦਾ, ਔਰ IIT ਦੇ ਸਟੂਡੈਂਟਸ ਰੈਗਿੰਗ ਕਰ ਰਹੇ ਨੇ ਕਿ 9 ਮਹੀਨਿਆਂ ਦੇ ਵਿੱਚ 9 ਸੁਸਾਈਡ ਸਟੂਡੈਂਟ ਨੇ ਕੀਤੇ ਆ, ਜਿਹਦੇ ਵਿੱਚ ਕਿ ਉਹਨਾਂ ਨੇ ਸੈਕਸ਼ੂਅਲ ਮੋਲੈਸਟੇਸ਼ਨ ਬॉयਜ਼ ਵਿਦ ਬॉयਜ਼ ਇਤਨਾ ਜ਼ਿਆਦਾ ਉਸ ਚੀਜ਼ ਨੂੰ ਕਰ ਦਿੱਤਾ ਕਿ ਉਹ ਬੱਚੇ ਘਰ ਆਉਣ ਦੇ ਵਾਸਤੇ ਤਿਆਰ ਹੀ ਨਹੀਂ ਸਨ ਐਂਡ ਦੇ ਕਮਿਟਡ ਸੁਸਾਈਡ। ਜਿਹੜਾ ਮੈਂ ਆਪਣਾ ਪ੍ਰੋਜੈਕਟ ਜੁਵੀਨਾਈਲ ਕ੍ਰਾਈਮ ਦਾ ਸ਼ੁਰੂ ਕੀਤਾ, ਜੁਵੀਨਾਈਲ ਇਜ਼ 18 ਸਾਲ ਤੋਂ ਛੋਟੀ ਏਜ ਦੇ ਬੱਚੇ ਨੇ, ਉਹਨਾਂ ਦੇ ਵਿੱਚ ਇੱਕ ਕ੍ਰਿਮੀਨਲ ਟੈਂਡੈਂਸੀ ਡਿਵੈਲਪ ਹੋ ਗਈ ਹੈ ਸਭੀ। ਔਰ ਅਸੀਂ ਇਹ ਨਾ ਸੋਚੀਏ ਕਿ ਬਈ ਸਲਮ ਡਵੈਲਰਸ ਕਰ ਰਹੇ ਨੇ ਜਾਂ ਮਾਈਗਰੈਂਟਸ ਕਰ ਰਹੇ ਨੇ। ਜੋ ਅਸੀਂ 16 ਦਸੰਬਰ ਦਾ ਰੇਪ ਕੇਸ ਜਦੋਂ ਦੇਖਿਆ ਸੀ, ਦਾਮਿਨੀ ਦੀ ਗੱਲ ਸਰ ਨੇ ਕੀਤੀ ਹੈ, ਉਹਦੇ ਵਿੱਚੋਂ ਇੱਕ ਜੁਵੀਨਾਈਲ ਹੈ ਜਿਹੜਾ ਕਿ 2-3 ਮਹੀਨੇ ਬਾਅਦ ਫ੍ਰੀ ਹੋ ਜਾਏਗਾ ਕਿਉਂਕਿ ਉਹਨਾਂ ਨੂੰ ਜੇਲ੍ਹ 'ਚ ਨਹੀਂ ਭੇਜਿਆ ਜਾ ਸਕਦਾ। ਲੇਕਿਨ ਉਹਦੇ ਵਿੱਚ ਦੈਟ ਇਜ਼ ਐਨ ਐਕਸੈਪਸ਼ਨ। ਐਸੇ ਕੇਸਿਸ ਮੈਂ ਦੇਖੇ ਜਿਹੜੇ ਅੱਛੇ ਘਰ ਦੇ ਬੱਚੇ ਨੇ, ਸਾਈਬਰ ਕ੍ਰਾਈਮ ਦੇ ਵਿੱਚ ਇੰਡਲਜ ਕਰ ਰਹੇ ਨੇ ਔਰ ਉਹਨਾਂ ਦੇ ਅੰਦਰ ਕ੍ਰਾਈਮ ਕਰਨ ਦੀ ਇੱਕ ਟੈਂਡੈਂਸੀ ਹੈ, ਇੱਕ ਰੈਸਟਲੈਸਨੈਸ ਹੈ, ਇੱਕ ਵਾਇਲੈਂਸ ਹੈ, ਇੱਕ ਗੁੱਸਾ ਹੈ ਸਾਰੇ ਬੱਚਿਆਂ ਦੇ ਅੰਦਰ। ਸਭ ਆਪਣੀ ਓਪੀਨੀਅਨ ਦੇਣਾ ਚਾਹ ਰਹੇ ਨੇ। UGC ਨੇ ਜਿੱਥੇ ਕੋਰਸ ਕੰਟੈਂਟ ਚੇਂਜ ਕੀਤਾ, ਉੱਥੇ ਜਿਹੜੀ ਸਕੂਲ ਦੀ ਇੰਸਟੀਟਿਊਸ਼ਨਸ ਨੂੰ ਡੀਲ ਕਰ ਰਹੇ ਨੇ, ਜਿਸ ਤਰ੍ਹਾਂ NCERT ਹੈ, SCERT ਹੈ, ਉਹ ਜ਼ੋਰ ਦੇ ਰਹੇ ਨੇ ਕਿ ਕੰਟੈਂਟ ਜਿਹੜਾ ਹੈ ਵੈਲਿਊ ਬੇਸਡ ਐਜੂਕੇਸ਼ਨ ਸਾਨੂੰ ਸਟਾਰਟ ਕਰਨੀ ਚਾਹੀਦੀ ਹੈ ਜਾਂ ਮੋਰੈਲਿਟੀ ਕੰਟੈਂਟ ਦੇ ਵਿੱਚ ਇੰਟਰੋਡਿਊਸ ਕਰਨੀ ਚਾਹੀਦੀ ਹੈ। ਤਾਂ ਹੁਣ ਇਹ ਵੈਲਿਊਜ਼ ਆਉਣਗੀਆਂ ਕਿੱਥੋਂ? ਵੈਲਿਊਜ਼ ਮਾਈਨਸ ਸਪਿਰਿਚੁਅਲਿਟੀ ਨਹੀਂ ਆ ਸਕਦੀਆਂ। ਅਗਰ ਅਸੀਂ ਸੋਚੀਏ ਕਿ ਅਸੀਂ ਰਿਲੀਜਨ ਇੱਕ ਸਾਈਡ 'ਤੇ ਕਰਕੇ ਔਰ ਵੈਲਿਊਜ਼ ਦੀ ਗੱਲ ਕਰਾਂਗੇ, ਦੈਟ ਇਜ਼ ਇਨਕੰਪਲੀਟ, ਉਹ ਵੀ ਮਕੈਨੀਕਲ ਹੈ। ਤਾਂ ਐਜੂਕੇਸ਼ਨ ਦੀ ਇੱਕ ਪੂਰੀ ਜੋ ਜਰਨੀ ਹੈ, ਪਹਿਲੇ ਉਹਨੂੰ ਥੋੜ੍ਹਾ ਜਿਹਾ ਅਸੀਂ ਅੰਡਰਸਟੈਂਡ ਕਰਾਂਗੇ, ਫਿਰ ਅਸੀਂ ਗੁਰੂ ਸਾਹਿਬ ਦੇ ਫਲਸਫੇ ਨੂੰ ਸਮਝਣਾ। ਸਭ ਤੋਂ ਪਹਿਲੇ ਅੱਜ ਤੋਂ 20-25 ਸਾਲ ਪਹਿਲੇ ਅਗਰ ਅਸੀਂ ਚਲੇ ਜਾਵਾਂਗੇ ਤਾਂ ਵੀ ਟਾਕਡ ਆਫ IQ। ਅਸੀਂ ਹਮੇਸ਼ਾ ਇੰਟੈਲੀਜੈਂਸ ਦੀ ਗੱਲ ਸੁਣਦੇ ਸਾਂ ਕਿ ਇੰਟੈਲੀਜੈਂਟ ਕੋਸ਼ੈਂਟ ਹੁੰਦਾ ਹੈ,
स्टूडेंट ने बहुत अच्छे मार्क्स लेन और उसी बेसिस ਦੇ ਉੱਤੇ ਉਹਨੂੰ ਜੌਬ ਮਿਲੇਗੀ। ਲੇਕਿਨ ਜਿਸ ਟਾਈਮ ਇਹ ਸਟੂਡੈਂਟ ਜਿਹੜਾ ਇੰਟੈਲੀਜੈਂਟ ਸੀ ਜੌਬ ਦੇ ਵਿੱਚ ਆਇਆ, ਬਾਹਰ ਦੀ ਕੰਟਰੀਜ਼ ਨੇ, ਵੈਸਟਰਨ ਕੰਟਰੀਜ਼ ਨੇ ਇਹਦੇ ਉੱਤੇ ਰਿਸਰਚ ਕੀਤੀ, ਕਿਉਂਕਿ ਬਾਹਰ ਦੀ ਕੰਪਨੀਜ਼ ਦੇ ਆਫਿਸਿਸ ਇੱਥੇ ਖੁੱਲ੍ਹੇ। ਲਿਬਰਲਾਈਜੇਸ਼ਨ ਜਦੋਂ ਸਾਡੇ ਸਾਹਮਣੇ 90s अर्ਲੀ 90s ਲੇਟ 80s ਦੇ ਵਿੱਚ ਆਈ ਹੈ, ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਕੋਰੀ ਜਿਹੜੀ ਇੰਟੈਲੀਜੈਂਸ ਸੀ, ਉਹਦੇ ਜਿਹੜਾ ਸਟੂਡੈਂਟ ਉਹਨਾਂ ਦੇ ਕੋਲ ਜੌਬ ਕਰਨ ਗਿਆ ਸੀ, ਉਹਦੇ ਅੰਦਰ ਇੱਕ ਈਗੋ ਸੀ, ਐਰੋਗੈਂਸ ਸੀ, ਰਿਸਪੋਂਸਿਬਿਲਿਟੀ ਲੈਣ ਨੂੰ ਉਹ ਇਨਸਾਨ ਤਿਆਰ ਨਹੀਂ ਸੀ। ਔਰ ਜਦੋਂ ਹੁਣੇ ਮੈਨੇਜਮੈਂਟ ਦਾ ਵੀ ਤੁਸੀਂ ਸੁਣਿਆ ਕਿ ਇੱਕ ਟੀਮ ਵਰਕ ਦੇ ਵਿੱਚ ਤੁਸੀਂ ਕੰਮ ਕਰੋਗੇ, ਅਗਰ ਤੁਸੀਂ ਲੀਡਰ ਵੀ ਬਣਨਾ ਹੈ ਤਾਂ ਯੂ ਹੈਵ ਟੂ ਬੀ ਅ ਗੁੱਡ ਟੀਮ ਲੀਡਰ। तो ਜਿਹਦੇ ਅੰਦਰ ਈਗੋ ਹੈ, ਹੁਣ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰਾ। ਜੇ ਸਾਡੀ ਵਾਇਸਿਸ ਇਹ ਸਭ ਸਾਡੀ ਕਮੀਆਂ ਹੀ ਨਹੀਂ ਦੂਰ ਹੋ ਰਹੀਆਂ ਤਾਂ ਦੈਟ ਇਜ਼ ਨੋ ਐਜੂਕੇਸ਼ਨ। ਸੈਕਿੰਡ ਮਾਡਲ ਸਾਡੇ ਸਾਹਮਣੇ ਡਿਵੈਲਪ ਕੀਤਾ ਗਿਆ ਇਮੋਸ਼ਨਲ ਕੋਸ਼ਨ, ਇਮੋਸ਼ਨਲ ਇੰਟੈਲੀਜੈਂਸ। ਇਹ ਸਾਰਾ ਵਰਕ ਪਬਲਿਸ਼ਡ ਹੈ, ਅਗਰ ਤੁਸੀਂ ਮਾਰਕੀਟ ਬੁੱਕਸ ਵੀ ਪੁੱਛੋਗੇ ਤਾਂ EQ IQ SQ ਦੇ ਨਾਮ ਤੋਂ ਤੁਹਾਨੂੰ ਬੁੱਕਸ ਮਿਲ ਜਾਣਗੀਆਂ। ਇਮੋਸ਼ਨਲ ਕੋਸ਼ਨ ਦੇ ਵਿੱਚ ਉਹਨਾਂ ਨੇ ਦਿੱਤਾ ਕਿ ਜੋ ਇਨਸਾਨ ਡਿਸਿਪਲਿਨਡ ਹੈ, ਉਹਦਾ ਸੈਲਫ ਕੰਟਰੋਲ ਹੈ, ਟੀਮ ਵਰਕ ਹੈ, ਹੀ ਇਜ਼ ਐਜੂਕੇਟਿਡ, ਹੀ ਇਜ਼ ਇੰਟੈਲੀਜੈਂਟ, ਲੇਕਿਨ ਉਹਦੇ ਨਾਲ ਇਹ ਕੁਆਲਿਟੀਜ਼ ਹਨ। ਲੇਕਿਨ ਇਹ ਕੁਆਲਿਟੀਜ਼ ਵੀ ਇਨਕੰਪਲੀਟ ਰਹੀਆਂ, ਕਿਉਂਕਿ ਜਿਸ ਟਾਈਮ ਜੌਬ ਕੀਤੀ, ਜੌਬ ਲੈਣ ਵਾਸਤੇ ਆਪਣੇ ਆਪ ਨੂੰ ਆਫਿਸ ਤੱਕ ਤੇ ਮੋਡੀਫਾਈ ਕਰ ਲਿੱਤਾ, ਲੇਕਿਨ ਘਰ ਫੈਮਿਲੀ ਦੇ ਨਾਲ, ਵਾਈਫ ਦੇ ਨਾਲ, ਬੱਚਿਆਂ ਦੇ ਨਾਲ, ਸਮਾਜ ਦੇ ਨਾਲ ਉਹੀ ਐਰੋਗੈਂਸ ਔਰ ਉਹੀ ਮਿਸਬਿਹੇਵ ਰਿਹਾ। ਦੈਟ ਵਾਜ਼ ਆਲਸੋ ਇਨਕੰਪਲੀਟ। ਇਹਨਾਂ ਦੋਨਾਂ ਨੂੰ ਮਕੈਨੀਕਲ ਡਿਵੈਲਪਮੈਂਟ ਮੰਨਿਆ ਗਿਆ। थर्ड सामने आया दैट वाज स्पिरिचुअल क्वेश्चन, स्पिरिचुअल इंटैलिजेंस, जिहदी क्वालिटीज़ उन्होंने देखा कि मोरालिटी, इंटैग्रिटी, ऑनेस्टी, एक मैंटल डिवेलपमेंट सी, फ्लैक्सीबल सी नेचर उस इंसान दी, असी ओवरऑल डिवेलपमेंट कह सकते हैं। इस करके स्पिरिचुअल क्वेश्चन ਨੂੰ फाउंडेशन बना के ਉਹਦੇ ਉੱਪਰ इंटैलीजेंस और इमोशनल क्वेश्चन ਜਿਹੜਾ ਇਨਸਾਨ स्पिरिचुअली डिवेलप्ड ਹੋਏਗਾ, अगर सही तरीके ਨਾਲ ਉਹ ਚੱਲ ਰਿਹਾ, दैट इज़ बट नैचुरल कि वो इमोशनली डिवेलप होएगा, स्ट्रोंग होएगा, एंड दैन ऑबवियसली ਉਹਦੀ इंटैलीजेंस ਦਾ ਲੈਵਲ थोड़ा डिफरेंट जाएगा। इधरों दो चीज़ ਜਿਹੜੀ ਨਿਕਲ ਕੇ ਸਾਹਮਣੇ ਆਈ दैट वाज कि ਅਸੀਂ ਲੋग ਹਿਊਮਨ ਡੂਇੰਗ ਜ਼ਿਆਦਾ ਬਣ ਚੁੱਕੇ ਸਾਂ। ਜਦੋਂ ਅਸੀਂ ਮਕੈਨੀਕਲ ਗੱਲ ਕਰ ਰਹੇ ਹਾਂ, ਈਵਨ ਟੁਡੇ ਅਸੀਂ ਹਿਊਮਨ ਡੂਇੰਗ ਜ਼ਿਆਦਾ ਹਾਂ, ਹਿਊਮਨ ਬੀਇੰਗ ਨਹੀਂ ਹੈਗੇ ਹਾਂ। ਲੇਕਿਨ ਜੋ ਗੁਰੂ ਸਾਹਿਬ ਦਾ ਫਲਸਫਾ ਹੈ, ਦੈਟਸ ਅ ਜਰਨੀ ਕਿ ਅਸੀਂ ਹਿਊਮਨ ਡੂਇੰਗ ਤੋਂ ਹਿਊਮਨ ਬੀਇੰਗ ਕਿਸ ਤਰ੍ਹਾਂ ਬਣਨਾ। ਹੁਣ ਗੁਰਬਾਣੀ ਦਾ ਫਲਸਫਾ ਅਗਰ ਬੇਸ਼ੱਕ ਅਸੀਂ ਐਜੂਕੇਸ਼ਨਲ ਲਈਏ ਜਾਂ ਕੰਪਲੀਟ ਗੁਰਬਾਣੀ ਅਸੀਂ ਲਈਏ, ਤਾਂ ਗੁਰਬਾਣੀ ਜਿਗਿਆਸੂ ਲਈ ਹੈ, ਖੋਜੀ ਲਈ ਹੈ, ਜੋ ਜਾਣਨਾ ਚਾਹੁੰਦਾ, ਜਿਹਦੇ 'ਚ ਕੁਝ ਜਾਣਨ ਦੀ ਇੱਛਾ ਹੈ, जो इंट्रोस्पैक्ट करना चाहता है। खोजी उपजे बादी बिनसे। हुण 4th ईयर असी मिला के देखिए, असी सारे कई बार कहने असी सब न्यूज़पेपर्स पढ़ने, लेकिन असी जो न्यूज़पेपर पढ़ने फिर असी गुरु साहब का फलसफा रिलेट क्यों नहीं कर पा रहे, अपनी यंगर जनरेशन नूं या टीचर्स देख क्यों नहीं पा रहे कि गुरु साहब का फलसफा की सी। जो ज्ञान गुरु साहब सानू देण दी कोशिश कर रहे हैं, वो विचार दे उत्ते खड़ा है, इंट्रोस्पैक्शन के उत्ते खड़ा है, रिफ्लैक्शन के उत्ते खड़ा है, आर्ग्यूमेंट के उपर नहीं खड़ा होया। जो असी तैयारी कर रहे हैं एजुकेशन की, वो आर्ग्यूमेंट के उपर खड़ा है। हुण अगर असी ज्ञान नूं डिफाइन करना है, तो ज्ञान जिहड़ा है मल्टी डायमेंशनल है। कोई भी कंट्री, कोई भी स्कॉलर एक वर्ड दे विच या एक लाइन दे विच ज्ञान की परिभाषा साढ़े सामने नहीं रख सकते। ज्ञान बहुपक्षी है। जो साडा प्रेजेंट एजुकेशन, अगर असी PhD भी गल करिए तो ਉਹਦੇ ਵਿੱਚ ਵੀ ਸਾਨੂੰ ਕੁਐਸਚਨ ਪੁੱਛਿਆ ਜਾਂਦਾ, ਜਿਹੜਾ ਟੌਪਿਕ ਤੁਸੀਂ ਲੈ ਰਹੇ ਹੋ ਉਹ ਸਮਾਜ ਦੇ ਵਿੱਚ ਕੀ ਕਰੇਗਾ, ਉਹਦੀ ਸਮਾਜ ਵਿੱਚ ਕੀ ਰੈਲੇਵੈਂਸ ਹੈ। ਦੈਟ ਮੀਨਸ ਇੰਡੀਵਿਜੂਅਲ ਡਿਵੈਲਪਮੈਂਟ ਦੇ ਨਾਲ ਨਾਲ ਯੂ ਆਰ ਰਿਸਪੋਂਸਿਬਲ ਫॉर ਦੀ सोसाइटी। जिस तरह सर ने कहा कि मैन इज़ अ सोशल बीइंग, जानवर तो वो भी है बट ही इज़ अ सोशल बीइंग, क्योंकि उन्हें फैमिली और समाज दे विच रहना। साडी जिहड़ी एजुकेशन सिस्टम है, अगर असी सोच के देखिए, मार्केट ड्रिवन है, मार्केट ओरिएंटेड है, पदार्थवाद है, सानू कुछ चाहिए, असी कुछ कमाना है। गुरु साहब का ज्ञान का जोड़ा फलसफा है वो पीपल सेंट्रिक है, पीपल ओरिएंटेड है, संगति ज्ञान गुरु साहब ने सानू दिता। ज्ञान की इंपॉर्टेंस गुरु साहब ने दी है कि सगल तत्व में तत्व ज्ञान, ज्ञान इसेंस है हर चीज़ का। ज्ञान तो बिना एक इंसान एक जानवर दे बराबर है। जदों असी गुरु ग्रंथ साहब नूं जदों पढ़ांगे या इंट्रोस्पैक्ट करने, सानू लगता है कि जो पढ़िया पंक्तियां ने, विद्या पंक्ति है या ज्ञान की पंक्ति है, वो सिर्फ एजुकेशन नाल तलक रखते हैं। इस तरह नहीं है। पूरा गुरु ग्रंथ साहब ज्ञान का सोरमा है, क्योंकि शब्द ही साडा गुरु है।
ਸ਼ਬਦ ਨੂੰ ਵੀ ਅਸੀਂ 3 ਸਟੇਜਸ ਵਿੱਚ ਦੇਖਾਂਗੇ ਕਿ ਸ਼ਬਦ ਸਾਡਾ ਗੁਰੂ ਕਿਸ ਤਰ੍ਹਾਂ ਹੈ। ਸ਼ਬਦ ਗਿਆਨ ਹੈ, ਸ਼ਬਦ ਇੱਕ ਵੇ ਆਫ ਲਾਈਫ ਹੈ। ਜੋਗ ਸ਼ਬਦਮ ਗਿਆਨ ਸ਼ਬਦਮ, ਗਿਆਨ ਉਹ ਹੈ ਜਿਹੜਾ ਅਸੀਂ ਲਾਈਫ ਦੇ ਵਿੱਚ ਅਪਲਾਈ ਕਰ ਸਕਦੇ ਹਾਂ, ਜਿਹਨੂੰ ਅਸੀਂ ਜੀਵਨ ਜਾਂਚ ਬਣਾਉਣਾ ਹੈ। ਗਿਆਨ ਉਹ ਦਿੱਤਾ ਗੁਰੂ ਸਾਹਿਬ ਨੇ ਸਾਨੂੰ 3 ਸਟੇਜਸ ਦੱਸੀਆਂ ਨੇ ਸ਼ਬਦ ਦੀਆਂ। ਪਹਿਲਾ ਹੈ ਵੈਨ ਵੀ ਰੀਡ ਗੁਰਬਾਣੀ, ਜਿਸ ਟਾਈਮ ਅਸੀਂ ਸ਼ਬਦ ਨੂੰ ਪੜ੍ਹਦੇ ਹਾਂ। ਸੈਕਿੰਡ ਇਜ਼ ਵੈਨ ਵੀ ਰਿਫਲੈਕਟ ਔਨ ਗੁਰਬਾਣੀ, ਜਿਸ ਟਾਈਮ ਅਸੀਂ ਵਿਚਾਰ ਦੇ ਉੱਤੇ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਜਦੋਂ ਅਸੀਂ ਸ਼ਬਦ ਦੇ ਉੱਤੇ ਵਿਚਾਰ ਕਰਾਂਗੇ, ਇੰਟਰੋਸਪੈਕਟ ਕਰਾਂਗੇ। ਥਰਡ ਸਟੇਟ ਸਾਡੇ ਸਾਹਮਣੇ ਆ ਜਾਂਦੀ ਹੈ ਵੈਨ ਵੀ ਰਿਅਲਾਈਜ਼ ਗੁਰਬਾਣੀ, ਜਿਸ ਟਾਈਮ ਅਸੀਂ ਸ਼ਬਦ ਨੂੰ ਜੀਵਨ ਦੇ ਵਿੱਚ ਡਾਲ ਲੈਂਦੇ ਹਾਂ, ਵੇ ਆਫ ਲਾਈਫ। ਜਦ ਤੱਕ ਅਸੀਂ ਸ਼ਬਦ ਨੂੰ ਵਿਚਾਰ ਕੇ ਜੀਵਨ ਦੇ ਵਿੱਚ ਨਹੀਂ ਡਾਲਦੇ, ਉਹ ਸਾਡੇ ਵਾਸਤੇ ਸਿਰਫ ਇੱਕ ਅੱਖਰ ਹੈ, ਅਕਸ਼ਰ ਹੈ। ਅੱਖਰ ਤੋਂ ਸ਼ਬਦ ਦੀ ਯਾਤਰਾ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਕ੍ਰੀਏਟ ਕੀਤੀ ਹੈ। ਅਸੀਂ ਲੋਕ ਜਦੋਂ ਗੱਲ ਕਰਨੇ ਹਾਂ ਕਿ ਸਕਾਲਰਸ ਨੇ 3 ਥੰਮ, ਸਿੱਖ ਧਰਮ ਅਗਰ ਮੈਂ ਟਰਮ ਯੂਜ਼ ਕਰਾਂ ਜਾਂ ਸਿੱਖਿਜ਼ਮ ਟਰਮ ਮੈਂ ਯੂਜ਼ ਕਰਾਂ, ਨਾਮ ਕਿਰਤ ਕਰੋ, ਨਾਮ ਜਪੋ ਔਰ ਵੰਡ ਛਕੋ, ਇਹ 3 ਥੰਮ ਦੇ ਉੱਤੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਇਹ 3 ਥੰਮ ਨੇ ਜੀ। ਕਿਰਤ ਗੁਰੂ ਸਾਹਿਬ ਨੇ ਕਹਿਤੀ, ਨਾਮ ਜਪੋ ਔਰ ਸ਼ੇਅਰ ਕਰੋ, ਲੇਕਿਨ ਇਹ ਕੰਪਲੀਟ ਐਜੂਕੇਸ਼ਨ ਸਿਸਟਮ ਹੈ ਔਰ ਇਹ ਕੰਪਲੀਟ ਪਰਸਨੈਲਿਟੀ ਡਿਵੈਲਪਮੈਂਟ ਹੈ। ਜੋ ਸਾਡੀ ਪਰਸਨੈਲਿਟੀਜ਼ ਡਿਵੈਲਪ ਹੋ ਰਹੀਆਂ ਜਦ ਅਸੀਂ ਰੈਗਿੰਗ ਕਰ ਰਹੇ ਹਾਂ, ਅਸੀਂ ਡਰਾ ਰਹੇ ਹਾਂ, ਅਸੀਂ MMS ਬਣਾ ਕੇ YouTube ਦੇ ਉੱਤੇ ਅਪਲੋਡ ਕਰਕੇ ਕਿਸੇ ਨੂੰ ਬਲੈਕਮੇਲ ਕਰ ਰਹੇ ਹਾਂ, ਉਹ ਪਰਸਨੈਲਿਟੀ ਡਿਵੈਲਪਮੈਂਟ ਨਹੀਂ ਹੈ, ਉਹ ਪਰਸਨੈਲਿਟੀ ਡਿਸਆਰਡਰ ਹੈ। ਮੈਂ ਬਰੀਫਲੀ ਤਿੰਨੋਂ ਸਟੇਜਸ ਨੂੰ ਟੱਚ ਕਰਾਂਗੀ ਕਿਉਂਕਿ ਐਕਸਪਲੋਰ ਅਸੀਂ ਸਾਰਿਆਂ ਨੇ ਖੁਦ ਕਰਨਾ ਹੈ। ਅਗਰ ਇਹਨੂੰ ਡਿਟੇਲ ਕਰੀਏ ਤਾਂ ਇੱਕ ਦੇ ਉੱਪਰ ਹੀ ਪੂਰਾ ਸਾਨੂੰ ਲੈਕਚਰ ਚਾਹੀਦਾ। ਜਦੋਂ ਅਸੀਂ ਲੋਕ ਕਹਿੰਦੇ ਹਾਂ ਕਿ ਨਾਮ ਸਵੇਰੇ ਸ਼ਾਮ ਦਾ ਵਾਹਿਗੁਰੂ ਦਾ ਨਿਤਨੇਮ ਨਹੀਂ ਹੈ, ਨਾਮ ਹਰ ਵੇਲੇ ਦੀ ਵਾਹਿਗੁਰੂ ਦੀ ਰਟਨਾ ਨਹੀਂ ਹੈ। ਨਾਮ ਅਸੀਂ ਕਹਿੰਦੇ ਹਾਂ ਕਿ ਅਸੀਂ ਪਰਮਾਤਮਾ ਦੀ ਹੋਂਦ ਨੂੰ ਫੀਲ ਕਰਨਾ, ਉਹਦੀ ਐਗਜ਼ਿਸਟੈਂਸ ਨੂੰ ਰਿਅਲਾਈਜ਼ ਕਰਨਾ, ਐਗਰੀਡ। ਲੇਕਿਨ ਉਹਦੀ ਐਗਜ਼ਿਸਟੈਂਸ ਨੂੰ ਜਦੋਂ ਅਸੀਂ ਰਿਅਲਾਈਜ਼ ਕਰਨੇ ਆ, ਉਹ ਵਿਚਾਰ ਔਰ ਗਿਆਨ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਉਸ ਗਿਆਨ ਦੇ ਵਿੱਚ ਖੋਖਲਾ ਗਿਆਨ ਗੁਰੂ ਸਾਹਿਬ ਸਾਨੂੰ ਨਹੀਂ ਦੇ ਰਹੇ ਨੇ, ਸਾਨੂੰ ਇਮੋਸ਼ਨਲੀ ਨਾਲ ਚਲਾ ਰਹੇ ਨੇ ਗੁਰੂ ਸਾਹਿਬ। ਉਸ ਗਿਆਨ ਦੇ ਵਿੱਚ ਡਿਵੋਸ਼ਨ ਹੈ, ਭਗਤੀ ਔਰ ਸ਼ਕਤੀ ਦੋਨੋਂ ਕਨਸੈਪਟਸ ਸਾਡੇ ਨਾਲ ਗੁਰੂ ਸਾਹਿਬ ਚਲਾ ਰਹੇ ਨੇ। ਸ਼ਬਦ, ਨਾਮ ਔਰ ਗਿਆਨ, ਇਹ 3 ਟਰਮਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਈਮਲਟੇਨੀਅਸਲੀ ਇੱਕ ਦੂਜੇ ਨੂੰ ਪੂਰਾ ਕਰਨ ਵਾਸਤੇ ਯੂਜ਼ ਹੋਈਆਂ ਹਨ। ਜਿਸ ਟਾਈਮ ਗੁਰਬਾਣੀ ਦੱਸ ਰਹੀ ਹੈ ਨਾਮ ਆਚਾਰ, ਸੱਚ ਆਚਾਰ, ਦੈਟ ਮੀਨਸ ਨਾਮ ਐਸੀ ਚੀਜ਼ ਹੈ ਜਿਹਨੂੰ ਅਸੀਂ ਵਿਵਹਾਰ ਵਿੱਚ ਲਿਆ ਸਕਦੇ ਹਾਂ, ਵੇ ਆਫ ਲਾਈਫ ਬਣਾ ਸਕਦੇ ਹਾਂ। ਇੱਥੇ ਨਾਮ ਗਿਆਨ ਦੀ ਜਗ੍ਹਾ ਹੈ। ਸੱਚ ਆਚਾਰ, ਸੱਚੇ ਉਰੇ ਸਭ ਕੋ ਉੱਪਰ ਸੱਚ ਆਚਾਰ, ਜਪਜੀ ਸਾਹਿਬ ਦੇ ਵਿੱਚ ਹੀ ਗੁਰੂ ਸਾਹਿਬ ਨੇ ਪਹਿਲਾਂ ਕਹਿ ਦਿੱਤਾ ਕਿਵ ਸਚਿਆਰਾ ਹੋਈਏ। ਓਨੈਸਟੀ ਵੈਲਿਊ ਸਿਸਟਮ ਗੁਰੂ ਸਾਹਿਬ ਨੇ ਸਭ ਤੋਂ ਉੱਚੇ ਸਾਡੇ ਸਾਹਮਣੇ, ਲੇਕਿਨ ਕੋਈ ਵੀ ਵੈਲਿਊ ਸਿਸਟਮ ਸਿਰਫ ਮੈਂਟਲ ਲੈਵਲ ਦੇ ਉੱਤੇ ਗੁਰੂ ਸਾਹਿਬ ਨੇ ਨਹੀਂ ਰੱਖਿਆ ਹੋਇਆ, ਥਰੂ ਪ੍ਰੈਕਟਿਸ ਉਹਨਾਂ ਨੇ ਸਾਨੂੰ ਕਰਨ ਵਾਸਤੇ ਬੋਲਿਆ, ਚਾਹੇ ਉਹ ਵੈਲਿਊ ਸਿਸਟਮ ਹੈ, ਚਾਹੇ ਉਹ ਗਿਆਨ ਦਾ ਫਲਸਫਾ। ਇਸ ਤਰ੍ਹਾਂ ਨਾਮ ਔਰ ਸ਼ਬਦ ਇੱਕ ਚੇਤਨਾ ਹੈ, ਇੱਕ ਲਿਵਿੰਗ ਸਪਿਰਿਟ ਹੈ, ਇੱਕ ਅਵੇਅਰਨੈਸ ਹੈ। ਪਹਿਲੀ ਨੌਲੇਜ ਗੁਰੂ ਸਾਹਿਬ ਨੇ ਸਾਨੂੰ ਸੈਲਫ ਨੌਲੇਜ ਦਿੱਤੀ ਹੈ। ਅਕੈਡਮਿਕ ਗਿਆਨ ਬੁਰਾ ਨਹੀਂ ਹੈ, ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਬਿਕੋਜ਼ ਅਸੀਂ ਅਕੈਡਮਿਕਲੀ ਅਗਰ ਸਟਰੋਂਗ ਨਹੀਂ ਹਾਂ ਤਾਂ ਅੱਗੇ ਅਸੀਂ ਚੱਲ ਵੀ ਨਹੀਂ ਸਕਦੇ ਔਰ ਅਸੀਂ ਆਪਣੀ ਕਮਿਊਨਿਟੀ ਨੂੰ ਵੀ ਅੱਗੇ ਨਹੀਂ ਲਿਜਾ ਸਕਦੇ। ਲੇਕਿਨ ਅਕੈਡਮਿਕ ਗਿਆਨ ਤੋਂ ਇਲਾਵਾ ਗੁਰੂ ਸਾਹਿਬ ਹਾਇਰ ਨੌਲੇਜ ਦੀ ਗੱਲ ਕਰ ਰਹੇ ਨੇ, ਕਿਉਂਕਿ ਗਿਆਨ ਦੇ ਕਨਸੈਪਟ ਨੂੰ ਸਾਡੇ ਲੋਕਾਂ ਵਾਸਤੇ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਇਨਫੋਰਮੇਸ਼ਨ ਨੂੰ ਗਿਆਨ ਸਮਝ ਰਹੇ ਹਾਂ, ਅਸੀਂ ਸਬਜੈਕਟ ਦੀ ਜਾਣਕਾਰੀ ਨੂੰ ਗਿਆਨ ਸਮਝ ਰਹੇ ਹਾਂ, ਲੇਕਿਨ ਗਿਆਨ ਜਦੋਂ ਮੈਂ ਕਿਹਾ ਬਹੁਪੱਖੀ ਹੈ, ਬਹੁਤ ਲੈਵਲਸ ਦੇ ਉੱਤੇ ਕੰਮ ਕਰ ਰਿਹਾ ਹੈ। ਜਿਸ ਟਾਈਮ ਅਸੀਂ ਕਹਿ ਰਹੇ ਹਾਂ ਕਿ ਨਾਮ ਚੇਤਨਾ ਹੈ, ਅਵੇਅਰਨੈਸ ਹੈ, ਅਤੇ ਅਵੇਅਰਨੈਸ ਤੁਹਾਨੂੰ ਆਪਣੀ ਵੀ ਹੋਏਗੀ, ਅਵੇਅਰਨੈਸ ਤੁਹਾਨੂੰ ਸਮਾਜ ਦੀ ਵੀ ਹੋਏਗੀ। ਔਰ ਜਿਸ ਟਾਈਮ ਅਸੀਂ ਕਿਹਾ ਸਤਨਾਮ, ਸਤ ਇਟਰਨਲ ਹੈ, ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਸਤ ਸੀ, ਸਦੀਵੀ ਹੈ ਜੋ, ਔਰ ਜਦੋਂ ਸ੍ਰਿਸ਼ਟੀ ਖਤਮ ਹੋ ਜਾਏਗੀ ਤਦ ਵੀ ਸਤ ਹੈ, ਲੇਕਿਨ ਸਤ ਤੋਂ ਬਾਅਦ ਨਾਮ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਮ। ਨਾਮ ਇੱਕ ਜ਼ਰੀਆ ਹੈ, ਨਾਮ ਉਸ ਸਤ ਦਾ ਗਿਆਨ ਹੈ, ਨਾਮ ਸਾਡਾ ਵੇ ਆਫ ਲਾਈਫ ਹੈ। ਇਹਨੂੰ ਅਸੀਂ ਐਕਸਪਲੋਰ ਕਰੀਏ, ਖੁਦ ਇਹਦੇ 'ਤੇ ਵਿਚਾਰ ਕਰਕੇ ਦੇਖੀ ਤਾਂ ਸਾਨੂੰ ਲੱਗੇਗਾ ਕਿ ਜੋ ਅਸੀਂ 3 ਥੰਮ ਅਸੀਂ ਬੜੀ ਸ਼ਾਨ ਨਾਲ ਬੋਲ ਦਿੰਦੇ ਹਾਂ, ਉਹ ਇੰਨੇ ਸਿੰਪਲ ਨਹੀਂ ਹਨ ਜਿੰਨੇ ਸਿੰਪਲ ਅਸੀਂ ਬਣਾ ਕੇ ਰੱਖੇ ਹੋਏ ਨੇ। ਪ੍ਰੈਜ਼ੈਂਟ ਹੁਣ ਅਸੀਂ ਆਪਣੀ ਸਿਚੁਏਸ਼ਨ ਦੇਖੀਏ, ਅਸੀਂ ਕਹਿ ਰਹੇ ਹਾਂ ਕਿ ਐਜੂਕੇਸ਼ਨ ਗਿਆਨ ਹੈ, ਨੌਲੇਜ ਹੈ, ਨੌਲੇਜ ਇਜ਼ ਪਾਵਰ। ਸਾਨੂੰ ਨੌਲੇਜ ਜਿਹੜੀ ਹੈ ਪਾਵਰ ਦੇ ਰਹੀ ਹੈ, ਇਸ ਕਰਕੇ ਅਸੀਂ ਸਕੂਲ ਜਾਣਾ ਔਰ ਕਾਲਜ ਜਾਣਾ ਹੈ। ਲੇਕਿਨ ਜਿਸ ਟਾਈਮ ਸਾਡੇ ਸਾਹਮਣੇ ਸਿਚੁਏਸ਼ਨਸ ਆ ਰਹੀਆਂ ਨੇ, ਚਾਹੇ ਉਹ ਐਜੂਕੇਸ਼ਨ ਨਾਲ ਰਿਲੇਟਡ ਆ ਰਹੀਆਂ, ਬੱਚਿਆਂ ਦੀ ਐਜੂਕੇਸ਼ਨ ਨਾਲ ਆ ਰਹੀਆਂ ਨੇ, ਵੀ ਆਰ
अनेबल टू हैंडल द सिचुएशन सेम रहेगी, बदलेगी नहीं। चैलेंजेस हर एरा दे विच आउणगे, साडे एल्डर्स दे सामने भी सन, अगली जनरेशन दे सामने भी आउणगे, लेकिन गुरु साहब दा फलसफा और एजुकेशन वो होनी चाहिए है जिहड़ी सानू एम्पावर कर दे, अंदरों स्ट्रोंग कर दे। देखो भाई ज्ञान की आई आंधी, सबे उड़ानी परम की टाटी, रहे ना माया बांधी। ज्ञान दी आंधी, गुरु साहब ज्ञान एक्सप्लेन कर रहे हैं कि ज्ञान आंदा किस तरह है और ज्ञान का परपस की है। 3 टर्म्स भरम, माया और बांधी, जिहड़ी चीज़ ने सानू बन्निया होया है शैकल्स विच। ऑबवियसली असीं बन्ने ही होए हां, एक पर्सनैलिटी दी असीं अपनी एक इमेज बनाई हुई है कि समाज मेरे तो चाह रहा और मैं करना है। असीं उस इमेज के फ्रेमवर्क चों नहीं बाहर आ रहे, उसी जी रहे हैं। अगर असीं सोशल नैटवर्किंग साइट्स विच देखांगे तो सानू पूरा नज़र आएगा कि अज दी पर्सनैलिटी की है। साडी जो मानसिकता है वो सानू साडे व्यूज़ दे नाल, साडे मैसेजेस दे नाल। मैं अपने प्रोजेक्ट दे दौरान मैनू एक सोशियोलॉजिस्ट मिले, उन्होंने मैनू कहा कि तुसी मैसेजेस तो एनालाइज कर सकते हो कि यह बच्चा वड्डा होके वायलेंस वल जाएगा या यह बच्चा वैल्यू बेस्ड रहेगा। उन्होंने मैसेजेस के थ्रू पेरेंट्स नू पता लग सकता है। अगर असी माया नू देखने तो माया एक इल्यूजन है, जो चीज़ नहीं है लेकिन मेरे वास्ते है, मैं उन्होंने क्रिएट किया होया है। भरम है कि असी किसी चीज़ वास्ते परम पाल के रखा होया, भुलेखा पाल के रखा होया, अपनी जो इमेज की मैं गल की है, लेकिन उत्थे सानू कन्फ्यूजन है, क्लैरिटी नहीं है। अगर साड़ी एजुकेशन सिस्टम या साड़ा वैल्यू सिस्टम या असी गुरु साहब के फलसफे नू देख रहे होंदे तो टिल असी 12th क्लीयर करने सानू यह पता होना चाहिए कि असी किहड़े सबजैक्ट लाने ने। 12th पास करन तो बाद उस दिन चेयरमैन सर दे कोल कुछ स्टूडेंट्स आए, उन्होंने यह नहीं पता कि असी अगे की करना है। उन्होंने जो चॉइस ऑफ सबजैक्ट्स है वही इन्नी अजीब है कि उहदे विच कोई सबजैक्ट इनकलूड नहीं किया होया उन्होंने। तो जिहड़ी एजुकेशन ने सानू 18 साल तक क्लैरिटी ही नहीं दी, उसी कन्फ्यूजन नू असी अगे लैके जाएंगे। गुरु साहब सानू दस रहे ने, जहाँ ज्ञान प्रगास तहाँ अज्ञान मिटंत। साड़ी सारी कन्फ्यूजन दूर होके साढ़े अंदर एक क्लैरिटी आएगी। जिहड़ा ज्ञान असी यंगर जनरेशन कई बार क्वेश्चन करती है कि नॉलेज ऑफ गॉड नू असी की करना है। वी आर ऑनेस्ट बट वी डोंट बिलीव इन गॉड, या सानू है स्पिरिचुअल फलसफा नहीं चाहिए। लेकिन गुरु साहब ने 2 ज्ञान साढ़े सामने रखे ने, मैटाफिजिकल नॉलेज ऑफ गॉड और फिजिकल ज्ञान, वे ऑफ लाइफ। गुरु साहब ने कोई आइसोलेशन का फलसफा सानू नहीं दिता। असी सारे कह रहे हैं कि गुरबानी जीवन जाच है, जीवन का फलसफा है, इट्स अ वे ऑफ लाइफ, आर्ट ऑफ लिविंग, लेकिन वो बेस्ड है आर्ट ऑफ थिंकिंग के उत्ते। गुरु साहब ने सानू आर्ट ऑफ थिंकिंग भी दिता है, ਉਹਦੇ ਉੱਤੇ बेस्ड सानू आर्ट ऑफ लाइफ। साड़ी एजुकेशन का परपस असी किसी को भी क्वेश्चन करिए तो असी कहने कि असी जॉब करनी है, वी वॉन्ट टू अर्न, या साड़ा एजुकेशन का परपस होंदा है कि असी किसी को कंट्रोल करिए, किसी के अंदर नॉलेज नाल डर पैदा करिए, अच्छी पोजीशन ले लीए, या अपनी ईगो सैटिस्फाई करिए कि मेरा ज्ञान तुहाडे ज्ञान नालों बहुत वड्डा है, चाहे वो बहुत सारी MAs है, चाहे वो बहुत सारी PhDs है, सारी डिस्कशनस। लेकिन गुरु साहब सानू कह रहे ने, मन समझावन कारने कछुक पड़िए ज्ञान। अपने आप नू इंप्रूव करो, वर्क ऑन योर सैल्फ। बार बार गुरु साहब ने इंट्रोस्पैक्शन दी, रिफ्लैक्शन की गल की। गुरु साहब ने वाद विवाद आर्ग्यूमेंट की नहीं गल, डायलॉग क्रिएट किया गुरु साहब ने। लेकिन असी लोग जो एजुकेशन है, दैट इज़ वाई साडा पूरा एजुकेशन सिस्टम इनकम्पलीट है, वन साइडेड है। एक एजुकेशन अगर असी लाँगे दैट इज़ फिजिकल, मैंटल, इमोशनल, सोशल, कल्चरल, स्पिरिचुअल डेवलपमेंट, लेकिन साडा मोस्टली असी फिजिकल और मैंटल के उत्ते पूरा स्ट्रैस दिता है। स्पिरिचुअल और कल्चरल वैल्यू सिस्टम साडा मिसिंग है। और वैल्यू सिस्टम मिसिंग होने का कारण यह भी है कि एजुकेशन ने मोबिलिटी बहुत क्रिएट कर देती है। दिल्ली के लोग होर स्टेट्स पढ़ रहे हैं, होर स्टेट्स के लोग दिल्ली, ईवन इंडिया के स्टूडेंट्स बाहर जाके पढ़ रहे हैं। तो मल्टी कल्चरल सोसाइटी, डिफरेंट वैल्यू सिस्टम, डिफरेंट लैंग्वेजेस और डिफरेंट कल्चर के लोग कट्ठे रहने शुरू हो गए। ਇਹਦੇ ਵਿੱਚ एक कल्चर शॉक साढ़े सामने आता है। इट इज़ गुड कि असी सब दे नाल मिल के रह रहे हैं, लेकिन प्रॉब्लम उत्थे अराइज होती है जो लिव इन रिलेशनशिप वैसट वास्ते इट इज़ पार्ट ऑफ देयर कल्चर, एक्सैप्टेड नॉर्म है, लेकिन ईस्ट वास्ते वो एक कल्चर शॉक है। बट प्रॉब्लम इज़
ਕਿ ਅਸੀਂ ਵੈਸਟ ਦੀ ਹਰ ਫਿਲਾਸਫੀ ਨੂੰ ਅਸੀਂ ਅਡਾਪਟ ਕਰਦੇ ਚਲੇ ਜਾ ਰਹੇ ਹਾਂ ਔਰ ਆਪਣਾ ਵੈਲਿਊ ਸਿਸਟਮ ਸਾਨੂੰ ਲੱਗ ਰਿਹਾ ਕਿ ਇਟ ਇਜ਼ ਵੀਕਨੈਸ, ਇਟ ਇਜ਼ ਬੈਕਵਰਡਨੈਸ, ਟ੍ਰੈਡੀਸ਼ਨਲ ਹੈ, ਸਾਨੂੰ ਨਹੀਂ ਚਾਹੀਦਾ, ਅਸੀਂ ਫਾਰਵਰਡ मूव कर रहे हैं। तो ज्ञान दी फलसफा जो नॉलेज, अगर असी टर्म नॉलेज यूज़ करिए या ज्ञान, दैट इज़ फॉर इंडिविजुअल ट्रांसफॉर्मेशन। ज्ञान दे राही गुरु साहब ने एक आदर्श मनुख सिरजिया और ज्ञान दे राही गुरु साहब ने आदर्श समाज भी सिरजिया। सिर्फ वो एक इंडिविजुअल डेवलपमेंट की गल, जदों गुरु साहब ने कहा भय काहू को देत है ना भय मानत आन, दिस इज़ अ कंप्लीट पर्सनैलिटी। ਜਿਹੜਾ ਇਨਸਾਨ ਅੰਦਰੋਂ ਕੰਪਲੀਟ ਹੈ, ਉਹਦੀ ਫੁੱਲ ਪਰਸਨੈਲਿਟੀ ਡਿਵੈਲਪਮੈਂਟ ਹੋਈ ਹੋਈ ਹੈ, ਉਹ ਨਾ ਤਾਂ ਕਿਸੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰੇਗਾ ਔਰ ਨਾ ਹੀ ਉਹ ਕਿਸੇ ਨੂੰ ਡਰਾਏਗਾ। ਤੁਸੀਂ ਡਰਾਓਗੇ ਉਹਨੂੰ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਇਹ ਤੁਹਾਡੇ ਤੋਂ ਡਰੇਗਾ, ਜਿਹੜਾ ਕਿਸੇ ਤਰੀਕੇ ਚਾਹੇ ਨੌਲੇਜ 'ਚ ਚਾਹੇ ਵੈਲਥ 'ਚ ਤੁਹਾਡੇ ਤੋਂ ਛੋਟਾ ਹੈ। ਲੇਕਿਨ ਇਹ ਸਾਰੀ ਪਰਸਨੈਲਿਟੀ ਗੁਰੂ ਸਾਹਿਬ ਨੇ ਦੱਸਿਆ ਕਿ ਤੁਸੀਂ ਉਸ ਫਲਸਫੇ ਨੂੰ ਮੰਨ ਕੇ, ਗਿਆਨ ਦੀ ਅੰਡਰਸਟੈਂਡਿੰਗ ਹੀ ਪਹਿਲੇ ਤਾਂ ਸਾਨੂੰ ਨਹੀਂ ਹੈ। दूसरा उन्होंने कहा ज्ञान रतन मन मांझिए बौहर न मैला जियो। किते भी ज्ञान का ऐसा फलसफा गुरु साहब ने साढ़े सामने नहीं रखा जिहड़ा वो दस रहे हो कि दूजे नूं तुसीं सुधारन वास्ते बाहर निकल जाओ। प्रॉब्लम साडी है कि असी लोग दूसरिਆਂ ਨੂੰ सुधारन वास्ते ज़्यादा इंटरस्टिड हाँ, इंस्टेड कि असी खुद दे उत्ते काम करिए। ਜਿਹੜਾ ਗਿਆਨ ਸਮਾਜ ਦੀ ਸਿਰਜਣਾ ਵਾਸਤੇ ਲਿੱਤਾ, ਹੁਣੇ ਡਾਕਟਰ ਜੋਤ ਸਿੰਘ ਨੇ ਵੀ ਕਿਹਾ ਕਿ ਇੱਕ ਸੋਸ਼ਲ ਡਾਕੂਮੈਂਟ ਹੈ। ਜਦੋਂ ਸੂਤਕ ਦੀ ਗੱਲ ਆਸਾ ਕੀ ਵਾਰਿਸ਼ ਗੁਰੂ ਸਾਹਿਬ ਨੇ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਮਨ ਕਾ ਸੂਤਕ ਲੋਭ ਹੈ, ਜੀਵਾ ਸੂਤਕ ਕੂੜ, ਝੂਠ ਬੋਲਣਾ, ਨਿੰਦਾ ਔਰ ਲੋਭ, ਗਰੀਡ, ਜੋ ਸਾਡੀ 5 ਵਾਈਸਿਸ ਹਨ। ਸਾਰੀ ਗੱਲ ਮਨ ਦੇ ਉੱਤੇ ਗੁਰੂ ਸਾਹਿਬ ਨੇ ਪਾਈ ਹੋਈ ਹੈ ਕਿ ਇੰਡੀਵਿਜੂਅਲ ਤੁਸੀਂ ਆਪਣੀ ਜਰਨੀ ਨੂੰ ਸਟਾਰਟ ਕਰੋਗੇ। ਔਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਨਾਨਕ ਸੂਤਕ ਇਵ ਨਾ ਉਤਰੇ ਗਿਆਨ ਉਤਾਰੇ ਧੋਏ। नॉलेज जिस टाइम तुहानूं आएगी, एक राइट अंडरस्टैंडिंग, यू विल फेस द रियलिटी। असी रियलिटी ना तो फेस कर रहे हैं, असी ना रियलिटी नूं अंडरस्टैंड कर रहे हैं, तो इस करके जो भी साड़ी जजमेंट होंदी है वो सारी साड़ी बायस्ड है। दैन ज्ञान का बद्धा मन रहे गुर बिन ज्ञान ना होए। गुरु दी इंपॉर्टेंस गुरु साहब ने साढ़े सामने रखी है कि अगर साड़ी लाइफ अगर असी गुरु एक टीचर नूं भी लईए, अगर असी स्कूल और कॉलेज, दे आर देयर टू गाइड अस। अ टीचर इज़ अ फ्रेंड, फिलोसफर एंड गाइड। लेकिन साढ़े टीचर्स दे नाल जो रिलेशनस हैं वो किस तरह दे? तो जिहड़ा ज्ञान गुरु साहब दे रहे हैं और जिहड़ा ज्ञान सानू अपनी स्कूल दे विच और कॉलेज दे विच ले लेना चाहिए, वो 3 चीज़ां लैके आंदा है। रीजनरेशन ऑफ मैनकाइंड गुरु साहब ने अपने टाइम ਦੇ ਵਿੱਚ ਕੀਤੀ ਸੀ, बट वी नीड टू डू इट। ਸਾਨੂੰ ਇੰਟਰੋਡਿਊਸ ਹੁਣ ਕਰਨਾ ਪਏਗਾ ਕਿ ਜੋ ਇਹ ਸਮਾਜ ਅਸੀਂ ਕ੍ਰੀਏਟ ਕਰ ਚੁੱਕੇ ਹਾਂ। ਹੁਣ ਰੀਸੈਂਟਲੀ ਅਸੀਂ ਦੇਖਿਆ ਕਿ ਕੇਦਾਰਨਾਥ, ਬਦਰੀਨਾਥ ਦੇ ਵਿੱਚ ਡੈਡ ਬੋਡੀਜ਼ ਦੇ ਵਿੱਚੋਂ ਜੁਲਰੀ ਉਤਾਰੀ ਹੈ ਲੋਕਾਂ ਨੇ। ਮੰਦਿਰ ਦੇ ਵਿੱਚ 100 ਡੈਡ ਬੋਡੀਜ਼ ਪਈਆਂ ਲੇਕਿਨ ਉਹਦੀ ਗੋਲਕਾਂ ਤੋੜੀਆਂ। ਐਂਡ ਦੈਨ ਰੇਪ ਕੇਸਿਸ ਵੀ ਰਿਪੋਰਟ ਕੀਤੇ ਗਏ। ਤਾਂ ਉਹ ਕੋਈ ਬਾਹਰੋਂ ਲੋਕ ਨਹੀਂ ਗਏ ਹੋਏ, ਇਸੀ ਸਮਾਜ ਦਾ ਹਿੱਸਾ ਸਾਡੇ ਵਿੱਚੋਂ ਹੀ ਲੱਗ ਕੇ ਗਏ। ਨਾ ਪਕੜੇ ਜਾਣ ਤਾਂ ਸਾਨੂੰ ਪਤਾ ਵੀ ਨਹੀਂ ਚੱਲ ਸਕਦਾ ਉਹ ਕੌਣ ਹਨ। फर्स्ट इज़ रीजनरेशन ऑफ मैनकाइंड, दूसरा रीजनरेशन ऑफ सोसाइटी। बिकॉज जिहड़ा इंसान बदलेगा ऑबवियसली एक फैमिली का भी हिस्सा है, उस तो बाद वो एक समाज का भी हिस्सा है। तो एक इंडिविजुअल ही मूव करेगा जिहड़ा समाज नूं चेंज